सतनाम श्री वाहिगुरु साहिब जीओ। साध संगत जी, धन धन श्री गुरु अमरदास साहिब जी का जन्म विसाख सुदी संवत 1536 ਨੂੰ ਤੇ ਵਿਕਰਮੀ 1479 ਨੂੰ ਪਿਤਾ ਤੇਜਪਾਨ ਜੀ ਤੇ ਮਾਤਾ ਲక్ష్ਮੀ ਜੀ ਦੇ ਘਰ ਹੋਇਆ। ਭਾਈ ਤੇਜਪਾਨ ਬੜੇ ਸ਼ਰੀਫ ਤੇ ਭਲੇ ਇਨਸਾਨ ਸਨ ਤੇ ਧਾਰਮਿਕ ਵੀ ਸਨ, ਜਿਸ ਦਾ ਪ੍ਰਭਾਵ ਗੁਰੂ ਅਮਰਦਾਸ ਜੀ ਉੱਤੇ ਪਿਆ। ਮਾਤਾ ਜੀ ਵੀ ਧਾਰਮਿਕ ਵਿਚਾਰਾਂ ਦੇ ਸਨ। ਤੇਜਪਾਨ ਆਪਣੇ ਹੀ ਪਿੰਡ ਵਿੱਚ ਦੁਕਾਨ ਦਾ ਕੰਮ ਕਰਦੇ ਸਨ। ਗੁਰੂ ਅਮਰਦਾਸ ਜੀ ਇਸ ਕੰਮ ਵਿੱਚ ਲੱਗ ਗਏ ਤੇ ਗੁਰੂ ਅਮਰਦਾਸ ਜੀ ਦਾ ਵਿਆਹ ਭਾਈ ਦੇਵੀ ਚੰਦ ਦੀ ਸਪੁੱਤਰੀ ਬੀਬੀ ਗੰਗਾ ਦੇਵੀ ਨਾਲ ਹੋਇਆ ਸੀ। ਸਹੁਰੇ ਘਰ ਦਾ ਨਾਮ ਰਾਮ ਕੌਰ ਕਰਕੇ ਪ੍ਰਸਿੱਧ ਹੋਇਆ। ਆਪ ਜੀ ਦੇ ਮਨ ਵਿੱਚ ਧਾਰਮਿਕ ਰੁਚੀਆਂ ਦਾ ਪ੍ਰੇਮ ਆਖਰੀ ਸੀਮਾ ਤੱਕ ਪਹੁੰਚ ਗਿਆ। ਕਹਿੰਦੇ ਨੇ ਕਿ ਆਪ ਜੀ 21 ਵਾਰ ਨੰਗੇ ਪੈਰ ਹਰਿਦੁਆਰ ਯਾਤਰਾ ਨੂੰ ਗਏ ਸਨ, ਜੋ ਕਿ 1 ਮਹੀਨੇ ਭਰ ਵਿੱਚ ਵੱਡੀ ਮੁਸ਼ਕਲ ਵੱਲੋਂ ਗੰਗਾ ਜੀ ਦਾ ਇਸ਼ਨਾਨ ਕਰਕੇ ਵਾਪਸ ਆਉਂਦੇ ਸਨ। ਲੇਕਿਨ ਫਿਰ ਵੀ ਮਨ ਨੂੰ ਸ਼ਾਂਤੀ ਨਹੀਂ ਮਿਲੀ। ਇੱਕ ਸਮਾਂ ਗੁਰੂ ਅਮਰਦਾਸ ਜੀ ਹਰਿਦੁਆਰ ਵੱਲੋਂ ਆ ਰਹੇ ਸੀ। ਇੱਕ ਜਗ੍ਹਾ ਆਰਾਮ ਕਰਨ ਬੈਠ ਗਏ। ਇੱਥੇ ਹੋਰ ਵੀ ਬਹੁਤ ਸਾਰੇ ਲੋਕ ਆਰਾਮ ਕਰ ਰਹੇ ਸਨ। ਗੁਰੂ ਅਮਰਦਾਸ ਜੀ ਦੇ ਪੈਰ ਦੀ ਤਲੀ ਵਿੱਚ ਪਦਮ ਦਾ ਨਿਸ਼ਾਨ ਵੇਖ ਕੇ ਇੱਕ ਪੰਡਤ ਨੇ ਕਿਹਾ, ਤੁਹਾਨੂੰ ਤਾਂ ਬਹੁਤ ਵੱਡਾ ਬਾਦਸ਼ਾਹ ਜਾਂ ਸਾਰੇ ਸੰਸਾਰ ਦਾ ਪੂਜਿਆ ਮਹਾਤਮਾ ਬਣਨਾ ਚਾਹੀਦਾ ਸੀ। ਜੋ ਨਿਸ਼ਾਨ ਤੁਹਾਡੇ ਪੈਰ ਵਿੱਚ ਹੈ, ਉਹ ਨਿਸ਼ਾਨ ਸ਼੍ਰੀ ਕ੍ਰਿਸ਼ਨ ਜੀ ਦੇ ਪੈਰ ਵਿੱਚ ਸੀ। ਜੇਕਰ ਹੁਣ ਤੱਕ ਨਹੀਂ ਤਾਂ ਜਲਦੀ ਹੀ ਤੁਹਾਡੇ ਸਿਰ ਉੱਤੇ ਛਤਰ ਝੂਲਣਗੇ ਤੇ ਸੰਸਾਰ ਦੀ ਵਿਭੂਤੀ ਤੁਹਾਡੇ ਕਦਮਾਂ ਵਿੱਚ ਹੋਵੇਗੀ। ਇਹ ਗੱਲ ਸੁਣ ਕੇ ਗੁਰੂ ਅਮਰਦਾਸ ਜੀ ਨੇ ਪੰਡਤ ਜੀ ਨੂੰ ਪ੍ਰਸਾਦ ਦੇਣਾ ਚਾਹਿਆ। ਤਦ ਪੰਡਤ ਜੀ ਬੋਲੇ, ਤੁਹਾਡਾ ਕੋਈ ਗੁਰੂ ਹੈ? ਤਦ ਗੁਰੂ ਅਮਰਦਾਸ ਜੀ ਨੇ ਕਿਹਾ, ਨਹੀਂ। ਤਾਂ ਪੰਡਤ ਬੋਲਿਆ, ਉਹ ਕਿਸੇ ਨਗੋਰੇ ਜਾਨੀ ਜਿਸ ਦਾ ਕੋਈ ਗੁਰੂ ਨਾ ਹੋਵੇ, ਉਸਦੇ ਹੱਥ ਦਾ ਨਹੀਂ ਖਾਂਦਾ। ਤਦ ਉਸੇ ਸਮੇਂ ਵੱਲੋਂ ਗੁਰੂ ਅਮਰਦਾਸ ਜੀ ਨੇ ਗੁਰੂ ਦੀ ਤਲਾਸ਼ ਕਰਨੀ ਸ਼ੁਰੂ ਕਰ ਦਿੱਤੀ। ਪਰ ਇਸ ਪੁਰਖ ਨੂੰ ਕੀ ਪਤਾ ਸੀ ਕਿ ਸੰਗਤ ਅਤੇ ਕਿਸ ਦੀ ਬਾਣੀ ਵੱਲੋਂ ਇਸ ਦੇ ਜੀਵਨ ਵਿੱਚ ਪਲਟਿਆ ਆ ਜਾਣਾ ਹੁੰਦਾ ਏ। ਫਿਰ ਗੁਰੂ ਦੇ ਸ਼ਬਦ ਵਿੱਚ ਇੰਨੀ ਸ਼ਕਤੀ ਏ ਕਿ ਜੋ ਸੁਣਨ ਨਾਲ ਲੋਹੇ ਵੱਲੋਂ ਲਾਲ, ਕਾਂਚ ਵੱਲੋਂ ਹੀਰਾ, ਮੂਰਖ ਵੱਲੋਂ ਗਿਆਨੀ, ਚੋਰ ਵੱਲੋਂ ਸਾਧ ਬਣ ਜਾਂਦਾ ਏ। ਤੇ ਜਿਸ ਦਾ ਪ੍ਰਮਾਣ ਗੁਰੂ ਅਮਰਦਾਸ ਜੀ ਦੇ ਜੀਵਨ ਬਦਲਾਅ ਵੱਲੋਂ ਮਿਲਦਾ ਏ। ਸ਼੍ਰੀ ਗੁਰੂ ਅੰਗਦ ਦੇਵ ਜੀ ਦੀ ਸਪੁੱਤਰੀ ਬੀਬੀ ਅਮਰੋ ਦਾ ਵਿਆਹ ਗੁਰੂ ਅਮਰਦਾਸ ਜੀ ਦੇ ਭਤੀਜੇ ਦੇ ਨਾਲ ਹੋਇਆ ਸੀ, ਜਿਸ ਦੇ ਮਨ ਵਿੱਚ ਗੁਰੂ ਦੀ ਸਪੁੱਤਰੀ ਹੋਣ ਦੇ ਕਾਰਨ ਗੁਰਬਾਣੀ ਦਾ ਅਥਾਹ ਪ੍ਰੇਮ ਸੀ। ਇੱਕ ਦਿਨ ਅੰਮ੍ਰਿਤ ਸਮਾਂ ਵਿੱਚ ਬੀਬੀ ਅਮਰੋ ਜੀ ਸ਼੍ਰੀ ਜਪਜੀ ਸਾਹਿਬ ਜੀ ਦਾ ਪਾਠ ਕਰ ਰਹੀ ਸੀ ਕਿ ਗੁਰੂ ਅਮਰਦਾਸ ਜੀ ਦੇ ਮਨ ਵਿੱਚ ਅੰਮ੍ਰਿਤ ਬਾਣੀ ਦੀ ਮਧੁਰ ਧੁਨ ਪੈ ਗਈ ਤੇ ਫਿਰ ਉਹੀ ਗੁਰਬਾਣੀ ਦਾ ਤੀਰ ਮਨ ਵਿੱਚ ਫਸ ਗਿਆ। ਸਾਰੀ ਬਾਣੀ ਦਾ ਪਾਠ ਬੜੀ ਮਸਤੀ ਤੇ ਪ੍ਰੇਮ ਦੇ ਨਾਲ ਸੁਣਦੇ ਰਹੇ। ਬਾਣੀ ਦੇ ਅੰਤ ਦੇ ਬਾਅਦ ਅਮਰਦਾਸ ਜੀ ਨੇ ਅਮਰੋ ਜੀ ਵੱਲੋਂ ਪੁੱਛਿਆ, ਇਹ ਕਿਸ ਮਹਾਪੁਰਖ ਦੀ ਬਾਣੀ ਹੈ ਜਿਸ ਦੇ ਸੁਣਨ ਵੱਲੋਂ ਮੇਰਾ ਮਨ ਸਰੀਰ ਨਿਹਾਲ ਹੋ ਗਿਆ ਏ? ਬੀਬੀ ਜੀ ਨੇ ਕਿਹਾ, ਇਹ ਬਾਣੀ ਜਗਤ ਗੁਰੂ ਸ਼੍ਰੀ ਗੁਰੂ ਨਾਨਕ ਦੇਵ ਜੀ ਦੀ ਏ, ਜਿਨ੍ਹਾਂ ਦੇ ਪਦ ਉੱਤੇ ਹੁਣ ਉਹਨਾਂ ਦੇ ਹੀ ਸਵਰੂਪ ਸ਼੍ਰੀ ਗੁਰੂ ਅੰਗਦ ਦੇਵ ਜੀ ਹਨ। ਤਦ ਅਮਰਦਾਸ ਜੀ ਨੇ ਕਿਹਾ, ਧੀਏ ਮੈਨੂੰ ਉਹਨਾਂ ਦੇ ਦਰਸ਼ਨ ਕਰਵਾਓ। ਅਮਰੋ ਜੀ ਅਮਰਦਾਸ ਜੀ ਨੂੰ ਖਡੂਰ ਸਾਹਿਬ ਲੈ ਗਈ। ਉਸ ਸਮੇਂ ਗੁਰੂ ਅੰਗਦ ਦੇਵ ਜੀ ਸੰਗਤਾਂ ਨੂੰ ਉਪਦੇਸ਼ ਸੁਣਾ ਰਹੇ ਸਨ ਤੇ ਅਮਰਦਾਸ ਜੀ ਗੁਰੂ ਅੰਗਦ ਦੇਵ ਜੀ ਦੇ ਦਰਸ਼ਨ ਕਰਦੇ ਹੀ ਚਰਨਾਂ ਵਿੱਚ ਡਿੱਗ ਪਏ। ਉਹ ਕਿੰਨੀ ਹੀ ਦੇਰ ਗੁਰੂ ਜੀ ਦੇ ਚਰਨਾਂ ਵਿੱਚ ਪਏ ਰਹੇ। ਤਦ ਗੁਰੂ ਸਾਹਿਬ ਜੀ ਨੇ ਅਥਾਹ ਪ੍ਰੇਮ ਵੇਖ ਕੇ ਅਮਰਦਾਸ ਜੀ ਨੂੰ ਗਲੇ ਲਗਾ ਲਿਆ ਤੇ ਉਸੇ ਦਿਨ ਅਮਰਦਾਸ ਜੀ ਗੁਰੂ ਜੀ ਦੇ ਸਿੱਖ ਬਣ ਕੇ ਗੁਰੂ ਜੀ ਦੇ ਦਰ ਉੱਤੇ ਪਏ ਰਹੇ, ਘਰ ਨਹੀਂ ਗਏ। ਲੋਕ ਸ਼ਰਮ ਦੀ ਕੋਈ ਪਰਵਾਹ ਨਹੀਂ ਕੀਤੀ। ਪ੍ਰੇਮ ਅਤੇ ਵਿਸ਼ਵਾਸ ਦੇ ਨਾਲ ਗੁਰੂ ਜੀ ਦੀ ਸੇਵਾ ਵਿੱਚ ਲੱਗ ਗਏ। ਸ਼੍ਰੀ ਗੁਰੂ ਅੰਗਦ ਦੇਵ ਜੀ ਦੇ ਦਰਬਾਰ ਵਿੱਚ ਇੱਕ ਬਖਤਾਵਰ ਜ਼ਿਮੀਂਦਾਰ ਗੋਇੰਦਾ ਹਾਜ਼ਰ ਹੋਇਆ। ਉਸਨੇ ਗੁਰੂ ਜੀ ਦੇ ਚਰਨਾਂ ਵਿੱਚ ਅਰਦਾਸ ਕੀਤੀ ਕਿ ਮੇਰੇ ਕੋਲ ਵਿਆਸ ਨਦੀ ਦੇ ਤੱਟ ਦੇ ਉਸ ਪਾਰ ਇੱਕ ਸ਼ਾਹੀ ਸੜਕ ਦੇ ਦੋਨੋਂ ਤਰਫ ਬਹੁਤ ਭੂਮੀ ਏ। ਮੈਂ ਉਸ ਨੂੰ ਕਈ ਸਾਲਾਂ ਵੱਲੋਂ ਬਸਾਉਣ ਦਾ ਯਤਨ ਕਰ ਰਿਹਾ ਹਾਂ, ਪਰ ਕਦੇ ਹੜ੍ਹ, ਕਦੇ ਸੁੱਕਾ ਇਤਿਆਦ
ਦੇ ਕਾਰਨ ਵਸਾ ਨਹੀਂ ਪਾਇਆ। ਭੂਮੀ ਉਪਜਾਊ ਏ ਤੇ ਮੇਰੇ ਚਚੇਰੇ ਭਰਾਵਾਂ ਨੇ ਉਸ ਉੱਤੇ ਗੈਰ ਕਾਨੂੰਨੀ ਕਬਜ਼ਾ ਕਰ ਲਿਆ ਏ। ਹੁਣ ਲੰਬੇ ਸਮੇਂ ਦੀ ਮੁਕੱਦਮੇਬਾਜ਼ੀ ਦੇ ਬਾਅਦ ਉਸ ਭੂਮੀ ਦਾ ਪਟਾ ਪ੍ਰਾਪਤ ਕਰਨ ਵਿੱਚ ਸਫਲ ਹੋ ਗਿਆ ਹਾਂ। ਇਹਨਾਂ ਦਿਨਾਂ ਵਿੱਚ ਮੈਂ ਬਹੁਤ ਕੋਸ਼ਿਸ਼ ਕੀਤੀ ਕਿ ਨਗਰ ਬਸ ਜਾਵੇ, ਪਰ ਮੇਰੇ ਪ੍ਰਤੀਦਵੰਦੀ ਈਰਖਾ ਵਸ ਦਿਨ ਦਾ ਉਸਾਰੀ ਕਾਰਜ ਰਾਤ ਦੇ ਹਨੇਰੇ ਵਿੱਚ ਵਿਨਾਸ਼ ਵਿੱਚ ਬਦਲ ਦਿੰਦੇ ਹਨ ਤੇ ਮਜ਼ਦੂਰਾਂ ਵਿੱਚ ਅਫਵਾਹ ਫੈਲਾ ਦਿੰਦੇ ਹਨ ਕਿ ਇਸ ਸਥਾਨ ਉੱਤੇ ਪ੍ਰੇਤ ਆਤਮਾਵਾਂ ਰਹਿੰਦੀਆਂ ਹਨ ਤੇ ਹੁਣ ਕਈ ਮਜ਼ਦੂਰ ਡਰ ਦੇ ਕਾਰਨ ਕੰਮ ਛੱਡ ਕੇ ਭੱਜ ਜਾਂਦੇ ਹਨ। ਜੇਕਰ ਤੁਸੀਂ ਮੇਰੀ ਸਹਾਇਤਾ ਕਰੋ ਤਾਂ ਉਹ ਸਥਾਨ ਬਸ ਜਾਵੇ, ਜਿਸ ਨਾਲ ਮਕਾਮੀ ਨਿਵਾਸੀਆਂ ਨੂੰ ਬਹੁਤ ਮੁਨਾਫਾ ਹੋਵੇਗਾ, ਕਿਉਂਕਿ ਉੱਤੇ ਵਿਆਸ ਨਦੀ ਦੇ ਪਤਨ ਉੱਤੇ ਮੁਸਾਫਰਾਂ ਦਾ ਆਣਾ ਜਾਣਾ ਹਮੇਸ਼ਾ ਬਣਿਆ ਰਹਿੰਦਾ ਏ ਤੇ ਉੱਥੇ ਇੱਕ ਚੰਗਾ ਵਪਾਰਿਕ ਕੇਂਦਰ ਬਣਨ ਦੀ ਸੰਭਾਵਨਾ ਏ। ਭਾਈ ਗੋਇੰਦੇ ਦੀ ਪਵਿੱਤਰ ਭਾਵਨਾ ਨੂੰ ਵੇਖ ਕੇ ਗੁਰੂ ਸਾਹਿਬ ਜੀ ਨੇ ਸ਼੍ਰੀ ਅਮਰਦਾਸ ਜੀ ਨੂੰ ਆਦੇਸ਼ ਦਿੱਤਾ ਕਿ ਤੁਸੀਂ ਭਾਈ ਗੋਇੰਦਾ ਦੇ ਨਾਲ ਜਾਓ ਤੇ ਸ਼੍ਰੀ ਗੁਰੂ ਨਾਨਕ ਦੇਵ ਜੀ ਦੀ ਊਟ ਲੈ ਕੇ ਨਗਰ ਦੀ ਆਧਾਰਸ਼ਿਲਾ ਰੱਖੋ। ਪ੍ਰਭੂ ਨੇ ਚਾਹਿਆ ਤਾਂ ਸਭ ਕੰਮਾਂ ਵਿੱਚ ਸਿੱਧੀ ਮਿਲੇਗੀ। ਆਦੇਸ਼ ਪਾਉਂਦੇ ਹੀ ਸ਼੍ਰੀ ਅਮਰਦਾਸ ਜੀ ਗੋਇੰਦੇ ਦੀ ਭੂਮੀ ਉੱਤੇ ਪੁੱਜੇ, ਜੋ ਕਿ ਖਡੂਰ ਨਗਰ ਵੱਲੋਂ 3 ਕੋਹ ਦੀ ਦੂਰੀ ਉੱਤੇ ਵਿਆਸ ਨਦੀ ਦੇ ਪੱਛਮ ਵਾਲੇ ਤੱਟ ਉੱਤੇ ਸਥਿਤ ਸੀ। ਉੱਥੇ ਪੁੱਜਦੇ ਹੀ ਸ਼੍ਰੀ ਅਮਰਦਾਸ ਜੀ ਨੇ ਇੱਕ ਅਰਦਾਸ ਸਮਾਰੋਹ ਦਾ ਪ੍ਰਬੰਧ ਕੀਤਾ, ਜਿਸ ਵਿੱਚ ਵਿਰੋਧੀ ਪੱਖ ਨੂੰ ਵੀ ਆਮੰਤਰਿਤ ਕੀਤਾ ਤੇ ਨਗਰ ਦੀ ਆਧਾਰਸ਼ਿਲਾ ਇੱਕ ਮਜ਼ਦੂਰ ਵੱਲੋਂ ਗੁਰੂ ਜੀ ਦੀ ਊਟ ਲੈ ਕੇ ਰੱਖ ਦਿੱਤੀ ਗਈ। ਇਸ ਪ੍ਰਕਾਰ ਉਹ ਸਾਰੀ ਕਾਰਜ ਸ਼ੁਰੂ ਕਰ ਦਿੱਤਾ ਗਿਆ। ਇਸ ਸਮਾਰੋਹ ਵਿੱਚ ਵਿਰੋਧੀ ਪੱਖ ਦਾ ਵੀ ਮਨ ਮੁਟਾਵ ਮਿਟ ਗਿਆ, ਜਿਸ ਦੇ ਨਾਲ ਉਹਨਾਂ ਨੇ ਸਹਿਯੋਗ ਦੇਣਾ ਸ਼ੁਰੂ ਕਰ ਦਿੱਤਾ। ਵੇਖਦੇ ਹੀ ਵੇਖਦੇ ਕੁਝ ਹੀ ਦਿਨਾਂ ਵਿੱਚ ਇੱਕ ਛੋਟੇ ਜਿਹੇ ਨਗਰ ਦੀ ਰੂਪਰੇਖਾ ਸਪਸ਼ਟ ਦਿਸਣ ਲੱਗ ਪਈ। ਨਗਰ ਦੇ ਅਸਤਿਤਵ ਵਿੱਚ ਆਣ ਭਾਈ ਗੋਇੰਦਾ ਹੱਥ ਖੁਸ਼ ਹੋਇਆ। ਉਸਨੇ ਕੁਝ ਭੂਮੀ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪੰਥ ਲਈ, ਸਿੱਖੀ ਦੇ ਪ੍ਰਚਾਰ ਲਈ ਸੁਰੱਖਿਅਤ ਰੱਖ ਦਿੱਤੀ। ਸ਼੍ਰੀ ਅਮਰਦਾਸ ਜੀ ਗੁਰੂ ਅੰਗਦ ਦੇਵ ਜੀ ਦੀ ਸ਼ਰਨ ਵਿੱਚ 1598 ਵਿਕਰਮੀ ਸੰਮਤ ਸਨ 1541 ਵਿੱਚ ਆਏ ਸਨ ਤੇ ਉਸ ਸਮੇਂ ਉਹਨਾਂ ਦੀ ਉਮਰ 62 ਸਾਲ ਦੀ ਸੀ। ਗੁਰੂ ਵਾਕ ਅਨੁਸਾਰ ਗੁਰਮੁਖ ਬੁੱਢੇ ਕਦੇ ਨਹੀਂ, ਜਿਨ ਅੰਤਰ ਸੁਰਤ ਗਿਆਨ। ਸ਼੍ਰੀ ਅਮਰਦਾਸ ਜੀ ਨੇ ਗੁਰੂ ਜੀ ਦੇ ਅੰਮ੍ਰਿਤ ਸਮਾਂ ਦੇ ਇਸ਼ਨਾਨ ਦੀ ਸੇਵਾ ਸੰਭਾਲ ਲਈ। ਉਹ ਰੋਜ਼ 2 ਵਜੇ ਉੱਠ ਕੇ ਬਿਆਸ ਦਰਿਆ ਵੱਲੋਂ ਪਾਣੀ ਦੀ ਗਾਗਰ ਲਿਆ ਕੇ ਆਪਣੇ ਹੱਥਾਂ ਵੱਲੋਂ ਬੜੇ ਪ੍ਰੇਮ ਨਾਲ ਗੁਰੂ ਸਾਹਿਬ ਜੀ ਨੂੰ ਇਸ਼ਨਾਨ ਕਰਾਉਂਦੇ ਸਨ। ਚਾਹੇ ਕਿੰਨੀ ਵੀ ਸਰਦੀ ਮੀਂਹ ਹੋਵੇ ਤਾਂ ਵੀ ਇਸ ਨਿਯਮ ਨੂੰ ਭੰਗ ਨਹੀਂ ਹੋਣ ਦਿੰਦੇ ਸਨ। ਉਸ ਸਮੇਂ ਆਪ ਜੀ ਦੀ ਉਮਰ 72 ਸਾਲ ਦੀ ਸੀ। 1 ਸਾਲ ਬਾਅਦ ਆਪ ਗੁਰੂ ਜੀ ਦੇ ਸਿਰ ਦਾ ਕੱਪੜਾ ਲੈ ਕੇ ਆਪਣੇ ਸਿਰ ਉੱਤੇ ਬੰਨ੍ਹ ਲੈਂਦੇ ਸਨ। ਸੰਸਾਰੀ ਲੋਕ ਆਪ ਜੀ ਉੱਤੇ ਕਈ ਪ੍ਰਕਾਰ ਦੀਆਂ ਗੱਲਾਂ ਕਰਦੇ ਸਨ ਕਿ ਦੇਖੋ ਕੁੜਮ ਦੇ ਘਰ ਟੁਕੜੇ ਤੋੜ ਰਿਹਾ ਏ, ਪਰ ਆਪ ਜੀ ਕਿਸੇ ਗੱਲ ਦੀ ਪਰਵਾਹ ਨਹੀਂ ਕਰਦੇ ਸਨ। ਇੱਕ ਦਿਨ ਬਹੁਤ ਜ਼ੋਰ ਦਾ ਮੀਂਹ ਪੈ ਰਿਹਾ ਸੀ। ਸਭ ਰਸਤੇ ਪਾਣੀ ਅਤੇ ਚਿੱਕੜ ਵੱਲੋਂ ਭਰੇ ਹੋਏ ਸਨ। ਉੱਪਰ ਗੁਰੂ ਜੀ ਦੇ ਇਸ਼ਨਾਨ ਦਾ ਸਮਾਂ ਹੋ ਰਿਹਾ ਸੀ। ਸ਼੍ਰੀ ਅਮਰਦਾਸ ਜੀ ਜਦੋਂ ਰਸਤੇ ਵਿੱਚ ਇੱਕ ਪਿੰਡ ਵਿੱਚ ਇੱਕ ਜੁਲਾਹੀ ਦੇ ਘਰ ਵੱਲੋਂ ਗੁਜ਼ਰਨ ਲੱਗੇ ਤਾਂ ਉਸ ਦਾ ਤਾਣਾ ਬੁਣਨ ਵਾਲੀ ਖੱਡੀ ਵਿੱਚ ਗਾਗਰ ਸਮੇਤ ਡਿੱਗ ਪਏ। ਜੁਲਾਹੀ ਨੇ ਆਪਣੀ ਪਤਨੀ ਨੂੰ ਕਿਹਾ, ਵੇਖੋ ਤਾਂ ਕੌਣ ਡਿੱਗਿਆ ਏ। ਜੁਲਾਹੀ ਦੀ ਪਤਨੀ ਨੇ ਕਿਹਾ, ਹੋਰ ਕੌਣ ਏ? ਉਹ ਅਮਰੂ ਏ, ਜਿਸ ਦਾ ਨਾ ਕੋਈ ਘਰ ਹੈ ਨਾ ਕੋਈ ਘਾਟ ਏ, ਜੋ ਕੁੜਮ ਦੇ ਇੱਥੇ ਟੁਕੜੇ ਤੋੜ ਰਿਹਾ ਏ। ਇਹ ਗੱਲ ਸੁਣਦੇ ਹੀ ਸ਼੍ਰੀ ਅਮਰਦਾਸ ਜੀ ਨੇ ਨਿਮਰਤਾ ਵੱਲੋਂ ਕਿਹਾ, ਅਰੇ ਪਗਲੀ, ਅਸੀਂ ਘਰ ਰਹਿਤ ਨਹੀਂ ਹੈਗੇ, ਬਸ ਗੁਰੂ ਦੇ ਵਾਕ ਅਨੁਸਾਰ ਸਾਧੂ ਦਾ ਬੋਲਿਆ ਸਹਿਜ ਸੁਭਾ, ਸਾਧੂ ਦਾ ਬੋਲਿਆ ਬਰਥਾ ਨਹੀਂ ਜਾ। ਉਹ ਜੁਲਾਈ ਉਸੇ ਸਮੇਂ ਪਾਗਲ ਹੋ ਗਈ ਤੇ ਕੱਪੜੇ ਪਾੜਨ ਲੱਗੀ। ਗੁਰੂ ਅੰਗਦ ਦੇਵ ਸਾਹਿਬ ਜੀ ਨੇ ਇਸ਼ਨਾਨ ਕਰਕੇ ਦੁਬਾਨ ਲਗਾ ਕੇ ਸ਼੍ਰੀ ਅਮਰਦਾਸ ਜੀ ਨੂੰ ਸਭ ਦੇ ਸਾਹਮਣੇ ਸੱਦ ਕੇ ਕਿਹਾ, ਦੱਸੋ ਤੁਹਾਨੂੰ ਰਸਤੇ ਵਿੱਚ ਕਿਸੇ ਨੇ ਕੁਝ ਕਿਹਾ? ਤਾਂ ਸ਼੍ਰੀ ਅਮਰਦਾਸ ਜੀ ਨੇ ਸਾਰੀ ਗੱਲ ਸੁਣਾ ਦਿੱਤੀ। ਸ਼੍ਰੀ ਗੁਰੂ ਅੰਗਦ ਦੇਵ ਜੀ ਨੇ ਖੁਸ਼ ਹੋ ਕੇ ਗੁਰੂ ਸਾਹਿਬ ਜੀ ਨੂੰ ਕਈ ਵਰਦਾਨ ਦਿੱਤੇ। ਤੂੰ ਨਿਥਾਵਿਆਂ ਦਾ ਥਾਣ, ਤੂੰ ਨਿਮਾਣਿਆਂ ਦਾ ਮਾਨ, ਤੂੰ ਨਿਗਤਿਆਂ ਦੀ ਗਤ, ਤੂੰ ਨਿਪੱਤਿਆਂ ਦੀ ਮੱਤ, ਤੂੰ ਸਭ ਦਾ ਸੁਆਮੀ। ਗੁਰੂ ਸਾਹਿਬ ਜੀ ਦੇ ਮੂੰਹੋਂ ਐ ਸੁਣ ਕੇ ਸਭ ਸੰਗਤ ਨੂੰ ਗੁਰੂ ਜੀ ਦੇ ਭਾਵ ਪਤਾ ਹੋ ਗਏ ਕਿ ਸ਼੍ਰੀ ਅਮਰਦਾਸ ਜੀ ਹੀ ਅਗਲੇ ਗੁਰੂ ਬਣਨਗੇ। ਉਧਰ ਜੁਲਾਹੀ ਨੂੰ ਲੈ ਕੇ ਉਸ ਦਾ ਪਤੀ ਆ ਗਿਆ ਤੇ ਬੜੀ ਨਿਮਰਤਾ ਵੱਲੋਂ ਬੇਨਤੀ ਕੀਤੀ,
ਤੇ ਗੁਰੂ ਸਾਹਿਬ ਜੀ ਕੋਲੋਂ ਭੁੱਲ ਦੀ ਮਾਫੀ ਮੰਗੀ। ਤਦ ਗੁਰੂ ਜੀ ਨੇ ਕਿਰਪਾ ਨਜ਼ਰ ਵੱਲੋਂ ਉਸ ਜੁਲਾਹੀ ਨੂੰ ਠੀਕ ਅਤੇ ਨਿਰੋਗ ਕਰ ਦਿੱਤਾ। ਸ਼੍ਰੀ ਗੁਰੂ ਅੰਗਦ ਦੇਵ ਜੀ ਦੇ ਸਾਹਿਬਜ਼ਾਦਿਆਂ ਨੇ ਬਹੁਤ ਯਤਨ ਕੀਤਾ ਕਿ ਗੁਰੂ ਪਦ ਉਹਨਾਂ ਨੂੰ ਮਿਲੇ, ਪਰ ਉਹ ਸਫਲ ਨਹੀਂ ਹੋ ਸਕੇ। ਗੁਰੂ ਸਾਹਿਬ ਜੀ ਨੇ ਗੁਰੂ ਅਮਰਦਾਸ ਜੀ ਨੂੰ ਮਰਿਆਦਾ ਅਨੁਸਾਰ 5 ਪੈਸੇ ਤੇ ਨਾਰੀਅਲ ਦਾ ਮੱਥਾ ਟੇਕ ਕੇ ਸੰਮਤ 1609 ਵਿਕਰਮੀ ਸਨ 1552 ਨੂੰ ਗੁਰੂ ਪਦ ਦੇ ਕੇ ਜੋਤੀ ਜੋਤ ਸਮਾ ਗਏ। ਗੁਰੂ ਸਾਹਿਬ ਜੀ ਨੇ ਗੁਰਪਦ ਮਿਲਣ ਉੱਤੇ ਮਹੱਤਵਪੂਰਨ ਕਾਰਜ ਕੀਤੇ, ਜਿਨ੍ਹਾਂ ਵਿੱਚ ਗੋਇੰਦਵਾਲ ਸਾਹਿਬ ਵਸਾਇਆ। ਗੋਂਦੇ ਮਰਵਾਹੀ ਦੀ ਬੇਨਤੀ ਮੰਨ ਕੇ ਗੁਰੂ ਅੰਗਦ ਦੇਵ ਸਾਹਿਬ ਜੀ ਨੇ ਗੁਰੂ ਅਮਰਦਾਸ ਜੀ ਨੂੰ ਗੋਇੰਦੇ ਨਾਲ ਜਾ ਕੇ ਬਿਆਸ ਦੇ ਪਾਸ ਨਗਰ ਵਸਾਉਣ ਦੀ ਆਗਿਆ ਕੀਤੀ ਤੇ ਗੁਰੂ ਅਮਰਦਾਸ ਜੀ ਨੇ ਨਗਰੀ ਵਸਾਈ ਤੇ ਉਸ ਦਾ ਨਾਂ ਗੋਇੰਦਵਾਲ ਸਾਹਿਬ ਰੱਖਿਆ। ਬੌਲੀ ਸਾਹਿਬ ਗੁਰੂ ਸਾਹਿਬ ਜੀ ਨੇ ਗੋਇੰਦਵਾਲ ਸਾਹਿਬ ਵਿਖੇ 84 ਪੌੜੀਆਂ ਵਾਲੀ ਇੱਕ ਬਹੁਤ ਵੱਡੀ ਬੌਲੀ ਬਣਾਈ, ਜਿਸ ਵਿੱਚੋਂ ਬਿਨਾਂ ਕਿਸੇ ਮਜ਼ਹਬ ਜਾਤ ਪਾਤ ਵਿਤਕਰੇ ਵੰਡ ਦੇ ਸਾਰੇ ਲੋਕ ਜਲ ਭਰ ਕੇ ਲਿਜਾਂਦੇ ਤੇ ਇਸ਼ਨਾਨ ਕਰਦੇ ਤੇ ਸਾਧ ਸੰਗਤ ਜੀ ਬੌਲੀ ਸਾਹਿਬ ਵਿੱਚ 84 ਪੌੜੀਆਂ ਤੇ 84 ਵਾਰ ਇਸ਼ਨਾਨ ਕਰਕੇ ਪਾਠ ਕਰਨ ਨਾਲ 84 ਕੱਟੀ ਜਾਂਦੀ ਏ। ਸੰਗਤ ਅਤੇ ਪੰਗਤ ਆਪ ਜੀ ਨੇ ਲੰਗਰ ਅਤੇ ਪੰਗਤ ਦੀ ਪਰੰਪਰਾ ਤੇ ਬਹੁਤ ਜ਼ੋਰ ਦਿੱਤਾ ਤੇ ਹੁਕਮ ਕੀਤਾ ਕਿ ਜਿਸ ਨੇ ਮੇਰੇ ਦਰਸ਼ਨ ਤੇ ਸੰਗਤ ਕਰਨੀ ਏ ਉਹ ਪਹਿਲਾਂ ਪੰਗਤ ਵਿੱਚ ਬੈਠ ਕੇ ਲੰਗਰ ਛਕੇ। ਸਮਾਜ ਸੁਧਾਰ ਗੁਰੂ ਸਾਹਿਬ ਜੀ ਨੇ ਆਪਣੇ ਜੀਵਨ ਕਾਲ ਵਿੱਚ ਸਮਾਜ ਸੁਧਾਰ ਤੇ ਬਹੁਤ ਜ਼ੋਰ ਦਿੱਤਾ, ਜਿਸ ਵਿੱਚ ਕਰਮਕਾਂਡ, ਜਾਤ ਪਾਤ, ਛੂਤ ਛਾਤ, ਤੀਰਥ ਵਰਤ, ਨੇਮ, ਮੜੀ ਮਸਾਣਾ ਤੇ ਕਬਰਾਂ ਦੀ ਪੂਜਾ ਤੋਂ ਲੁਕਾਈ ਨੂੰ ਹਟਾ ਕੇ ਇੱਕ ਅਕਾਲ ਪੁਰਖ ਦੇ ਸਿਮਰਨ ਨਾਲ ਜੋੜਿਆ। ਗੁਰੂ ਜੀ ਨੇ ਉਪਦੇਸ਼ ਦਿੱਤਾ ਕਿ ਸਾਰੇ ਇਨਸਾਨ ਇੱਕ ਹਨ। ਗ੍ਰਹਿਸਥ ਦੀ ਰਸਮ ਜਾਤ ਪਾਤ ਅਤੇ ਗੋਤ ਨੂੰ ਦੇਖ ਕੇ ਨਹੀਂ ਕਰਨੀ ਚਾਹੀਦੀ, ਬਲਕਿ ਇਨਸਾਨ ਦੇ ਗੁਣ ਦੇਖ ਕੇ ਕਰਨੀ ਚਾਹੀਦੀ ਏ। ਗੁਰੂ ਸਾਹਿਬ ਜੀ ਨੇ ਸਤੀ ਦੀ ਰਸਮ ਦਾ ਖੰਡਨ ਪੁਰਾਤਨ ਪਰੰਪਰਾ ਅਨੁਸਾਰ ਜਦੋਂ ਕਿਸੇ ਇਸਤਰੀ ਦਾ ਜਵਾਨ ਪਤੀ ਮਰ ਜਾਂਦਾ ਤਾਂ ਸਮਾਜ ਉਸ ਨੂੰ ਚਿਖਾ 'ਚ ਸੁੱਟ ਕੇ ਸਾੜ ਦਿੰਦਾ ਤੇ ਕਿਹਾ ਜਾਂਦਾ ਇਹ ਸਤੀ ਹੋ ਗਈ ਏ। ਗੁਰੂ ਜੀ ਨੇ ਉਪਦੇਸ਼ ਦੇ ਕੇ ਇਸ ਰਸਮ ਨੂੰ ਖਤਮ ਨਹੀਂ ਕੀਤਾ, ਬਲਕਿ ਪ੍ਰਚਾਰ ਵੀ ਕੀਤਾ ਕਿ ਵਿਧਵਾ ਇਸਤਰੀ ਦਾ ਪੁਨਰ ਵਿਆਹ ਕਰਨਾ ਚਾਹੀਦਾ ਏ। ਗੁਰੂ ਅਮਰਦਾਸ ਜੀ ਨੇ 22 ਮੰਜੀਆਂ ਤੇ 52 ਪੀੜ੍ਹੀਆਂ ਥਾਪ ਕੇ ਧਰਮ ਪ੍ਰਚਾਰ ਦੇ ਕੇਂਦਰ ਕਾਇਮ ਕੀਤੇ ਤੇ ਗੁਰਸਿੱਖ ਮਰਦ ਤੇ ਇਸਤਰੀਆਂ ਨੂੰ ਸਿੱਖੀ ਦੇ ਪ੍ਰਚਾਰ ਲਈ ਇਹਨਾਂ ਦੇ ਮੋਢੀ ਥਾਪਿਆ। ਚੱਕ ਰਾਮਦਾਸ ਸਥਾਪਿਤ ਕਰਨਾ, ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਜੀ ਅਤੇ ਬਾਬਾ ਬੁੱਢਾ ਜੀ ਨੂੰ ਇਸ ਜਗ੍ਹਾ ਨੂੰ ਵਸਾਉਣ ਲਈ ਕਿਹਾ ਤੇ ਆਪ ਜਾ ਕੇ ਸਰੋਵਰ ਸਥਾਪਿਤ ਕਰਨ ਲਈ ਮਿੱਟੀ ਕੱਢੀ। ਤੇ 1 ਸਤੰਬਰ ਸਨ 1574 ਨੂੰ ਗੁਰੂ ਅਮਰਦਾਸ ਸਾਹਿਬ ਜੀ ਨੇ ਭਾਈ ਰਾਮਦਾਸ ਸਾਹਿਬ ਜੀ ਤੇ ਧੰਨ ਧੰਨ ਸ਼੍ਰੀ ਗੁਰੂ ਅਮਰਦਾਸ ਸਾਹਿਬ ਜੀ ਨੇ ਪਰਮ ਜੋਤੀ ਵਿੱਚ ਵਿਲੀਨ ਹੋਣ ਵੱਲੋਂ ਪਹਿਲਾਂ ਆਪਣੇ ਪਰਿਵਾਰ ਦੇ ਸਾਰੇ ਮੈਂਬਰਾਂ ਨੂੰ ਤੇ ਸੰਗਤ ਨੂੰ ਇਕੱਠੇ ਕੀਤਾ ਤੇ ਕੁਝ ਵਿਸ਼ੇਸ਼ ਉਪਦੇਸ਼ ਦਿੱਤੇ। ਇਹਨਾਂ ਉਪਦੇਸ਼ਾਂ ਨੂੰ ਉਹਨਾਂ ਦੇ ਪੜਪੋਤੇ ਭਾਈ ਸੁੰਦਰ ਜੀ ਨੇ ਰਾਗ ਰਾਮਕਲੀ ਵਿੱਚ ਸੱਧ ਦੀ ਸਰਲੇਖ ਵੱਲੋਂ ਇੱਕ ਰਚਨਾ ਦੁਆਰਾ ਬਹੁਤ ਹੀ ਸੁੰਦਰ ਸ਼ਬਦਾਂ ਵਿੱਚ ਵਰਣਨ ਕੀਤਾ ਹੈ। ਸ਼੍ਰੀ ਸੁੰਦਰ ਜੀ ਆਨੰਦ ਜੀ ਦੇ ਸੁਪੁੱਤਰ ਅਤੇ ਬਾਬਾ ਮੋਹਰੀ ਜੀ ਦੇ ਪੋਤੇ ਸਨ। ਇਹ ਬਾਣੀ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਸੰਕਲਿਤ ਹੈ। ਗੁਰੂ ਜੀ ਨੇ ਆਪਣੇ ਪ੍ਰਵਚਨਾਂ ਵਿੱਚ ਕਿਹਾ ਕਿ ਮੇਰੇ ਦੇਹਾਂਤ ਦੇ ਬਾਅਦ ਕਿਸੇ ਦਾ ਵੀ ਜੁਦਾਈ ਵਿੱਚ ਰੋਣਾ ਬਿਲਕੁਲ ਉਚਿਤ ਨਹੀਂ ਹੋਵੇਗਾ, ਕਿਉਂਕਿ ਮੈਨੂੰ ਅਜਿਹੇ ਰੋਣ ਵਾਲੇ ਵਿਅਕਤੀ ਚੰਗੇ ਨਹੀਂ ਲੱਗਦੇ। ਮੈਂ ਪਰਮ ਪਿਤਾ ਰੱਬ ਦੀ ਸੁੰਦਰ ਜੋਤੀ ਵਿੱਚ ਵਿਲੀਨ ਹੋਣ ਜਾ ਰਿਹਾ ਹਾਂ ਤੇ ਤੁਹਾਨੂੰ ਮੇਰੇ ਲਈ ਇੱਕ ਪ੍ਰੇਮੀ ਹੋਣ ਦੇ ਨਾਤੇ ਪ੍ਰਸੰਨਤਾ ਹੋਣੀ ਚਾਹੀਦੀ ਏ। ਗੁਰੂ ਸਾਹਿਬ ਜੀ ਨੇ ਕਿਹਾ ਸੰਸਾਰ ਨੂੰ ਸਾਰਿਆਂ ਨੇ ਤਿਆਗਣਾ ਹੀ ਹੈ। ਅਜਿਹੀ ਪ੍ਰਥਾ ਪ੍ਰਭੂ ਨੇ ਬਣਾਈ ਏ, ਵਾਹਿਗੁਰੂ ਨੇ ਬਣਾਈ ਏ। ਕੋਈ ਵੀ ਇੱਥੇ ਸਥਾਈ ਨਹੀਂ ਰਹਿ ਸਕਦਾ। ਅਜਿਹਾ ਕੁਦਰਤ ਦਾ ਅਟਲ ਨਿਯਮ ਹੈ ਤੇ ਸਾਨੂੰ ਉਸ ਪ੍ਰਭੂ ਦੇ ਨਿਯਮ ਨੂੰ ਸਮਝਣਾ ਚਾਹੀਦਾ ਏ ਤੇ ਹਮੇਸ਼ਾ ਇਸ ਮਨੁੱਖ ਜਨਮ ਨੂੰ ਸਫਲ ਕਰਨ ਦੇ ਯਤਨਾਂ ਵਿੱਚ ਲੱਗੇ ਰਹਿਣਾ ਚਾਹੀਦਾ ਏ ਤਾਂ ਕਿ ਇਹ ਮਨੁੱਖੀ ਜੀਵਨ ਵਿਅਰਥ ਨਹੀਂ ਚਲਾ ਜਾਵੇ। ਗੁਰੂ ਜੀ ਨੇ ਕਿਹਾ ਮੇਰੀ ਅੰਤੇਸ਼ਟੀ ਦੇ ਸਮੇਂ ਕਿਸੇ ਪ੍ਰਚਲਿਤ ਕਰਮ ਕਰਨ ਦੀ ਲੋੜ ਨਹੀਂ। ਮੇਰੇ ਲਈ ਕੇਵਲ ਵਾਹਿਗੁਰੂ ਦੇ ਚਰਨਾਂ ਵਿੱਚ ਅਰਦਾਸ ਕਰਨਾ ਤੇ ਸਾਰੀ ਸੰਗਤ ਮਿਲ ਕੇ ਹਰ ਕੀਰਤਨ ਕਰਨਾ ਤੇ ਸੁਣਨਾ। ਕਥਾ ਕੇਵਲ ਪ੍ਰਭੂ ਮਿਲਣ ਦੀ ਹੀ ਕੀਤੀ ਜਾਵੇ। ਇਸ ਕਾਰਜ ਲਈ ਵੀ ਸੰਗਤ ਵਿੱਚੋਂ ਕੋਈ ਗੁਰਮਤੀ ਗਿਆਨ ਦੀ ਵਿਅਕਤੀ ਚੁਣ ਲੈਣਾ। ਮੰਤਵ ਇਹ ਵੇ ਕਿ ਹੋਰ ਮਤੀ ਦਾ ਪ੍ਰਭਾਵ ਨਹੀਂ ਹੋਣਾ ਚਾਹੀਦਾ, ਕੇਵਲ ਤੇ ਕੇਵਲ ਹਰੀ ਨਾਮ ਦੀ ਵਡਿਆਈ ਹੋਣੀ ਚਾਹੀਦੀ ਏ। ਇਹ ਆਗਿਆ ਦੇ ਕੇ ਧੰਨ ਧੰਨ ਸ਼੍ਰੀ ਗੁਰੂ ਅਮਰਦਾਸ ਸਾਹਿਬ ਜੀ ਇੱਕ ਸਫੈਦ ਚਾਦਰ ਤਾਣ ਕੇ ਲੇਟ ਗਏ ਤੇ ਸਰੀਰ ਤਿਆਗ ਦਿੱਤਾ। ਆਪ ਜੀ 1 ਸਤੰਬਰ 1574 ਨੂੰ
ਸੁੰਦਰ ਜੋਤੀ ਵਿੱਚ ਵਲੀਨ ਹੋ ਗਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।